Let's start. ਅੱਜ ਆਪਾਂ ਗੱਲਬਾਤ ਕਰਨੀ ਹੈ ਬੇਟੇ क्रॉस pollination ਬਾਰੇ। So today we will discuss about the cross pollination. The cross pollination ਕੀ ਹੁੰਦਾ ਹੈ? Transfer of pollen grain from the anther of one flower to the stigma of genetically different or same flower. ठीक है, ਤਾਂ ਇੱਥੇ ਜਦੋਂ genetically ਗੱਲ ਕਰ ਲਈ ਨਾ ਆਪਾਂ, ਆ ਵੇਖੋ ਵੀ ਜਿਹੜੇ ਪੋਲਨ ਹੈ ਉਹ ਇਨਸੈਕਟ ਟ੍ਰਾਂਸਫਰ ਕਰਦੇ ਆ। ਮੰਨ ਲਓ ਇੱਥੋਂ ਪੋਲਨ ਗ੍ਰੇਨ ਲਏ ਉਹਨਾਂ ਨੇ ਫਰੋਮ ਦਾ ਐਂਥਰ, ਇਹਦੀ ਸਟਿਗਮਾ ਤੇ ਜਾ ਕੇ ਸਟਿਕ ਕਰਦੇ। ਠੀਕ ਹੈ, ਦਿਸ ਇਜ਼ ਅ ਟ੍ਰਾਂਸਫਰ ਆਫ ਪੋਲਨ ਗ੍ਰੇਨ। ਤਾਂ ਬੇਟੇ ਜੇ ਸੇਮ ਜੈਨੇਟਿਕਲੀ ਸੇਮ ਹੋਣ ਦੋਵੇਂ ਫਲਾਵਰ, then it is called as isogamy, ਤੇ ਜੇ ਜੈਨੇਟਿਕਲੀ ਡਿਫਰੈਂਟ ਹੋਣ ਤਾਂ ਧਿਆਨ ਨਾਲ ਸੁਣੋ, this is called as xenogamy। ਠੀਕ ਹੈ, ਤਾਂ this is called as xenogamy। ਤੇ ਜਿਹੜੀਆਂ ਏਜੰਸੀਜ਼ ਹੈ, ਜਿਹੜੀਆਂ ਪੋਲਨ ਗ੍ਰੇਨ ਲੈ ਕੇ ਜਾਣ ਵਾਲੀਆਂ ਏਜੰਸੀਜ਼ ਹੈ, ਉਹ ਬਾਇਓਟਿਕ ਤੇ ਏਬਾਇਓਟਿਕ ਦੋਵੇਂ ਹੋ ਸਕਦੀਆਂ। what is the meaning of biotic and abiotic? Biotic ਮਤਲਬ these may be living, ਤੇ abiotic these may be non living। non living ਦੇ ਵਿੱਚ ਕੀ ਹੋ ਸਕਦਾ ਹੈ? 에ਅਰ ਹੈ, ਵਾਟਰ ਹੈ, ਠੀਕ ਹੈ, ਐਕਸੈਟਰਾ। ਤੇ ਸਾਰਿਆਂ ਤੋਂ ਪਹਿਲਾਂ ਆਪਾਂ ਜੋ ਸਟੱਡੀ ਕਰਨਾ ਹੈ, ਫਲਾਵਰ ਦੇਖ ਰਹੇ ਹੋ ਕਾਹਦਾ ਹੈ? ਪਿੰਡ ਵਾਲੇ ਬੱਚਿਆਂ ਨੂੰ ਪਤਾ ਹੋਣਾ ਇਹ ਫਲਾਵਰ ਕਾਹਦਾ ਹੈ। ਸਰ ਕਿੱਕਰ। ਇਹ ਕਿੱਕਰ ਦਾ ਫੁੱਲ ਹੈ ਬੇਟਾ। ਤਾਂ ਦਿਸ ਇਜ਼ ਨਾਟ ਅ ਫਲਾਵਰ। ਜਿਹੜਾ ਤੁਹਾਨੂੰ ਯੈਲੋ ਦਿਖਦਾ ਪਿਆ, all these are the stamens। ਇਹ ਸਾਰੇ ਸਟੇਮਨ ਹੈ। ਠੀਕ ਹੈ, ਤੇ millions of pollen grains are produced by this flower। ਤੇ ਜਿਹੜੇ ਪੋਲਨ ਗ੍ਰੇਨ ਪ੍ਰੋਡਿਊਸ ਹੁੰਦੇ ਹੈ ਉਹ ਕੀ ਹੁੰਦੀ ਹੈ? ਵੈਰੀ ਲਾਈਟ, ਡਰਾਈ, ਠੀਕ ਹੈ, ਤੇ ਹੈਵਿੰਗ ਥਿਨ ਲੇਅਰ ਆਫ ਵੈਕਸ, ਤਾਂ ਜੋ ਵੈਟ ਨਾ ਹੋਣ। ਤਾਂ ਉਹਦਾ ਮਤਲਬ ਕੀ ਹੋਇਆ ਬਈ ਕਿ ਵੀ ਇਹ ਜਿਹੜੇ ਪੋਲਨ ਗ੍ਰੇਨ ਹੈ ਇਹ ਸਪਰੈਡ ਹੁੰਦੇ ਹੈ ਬਾਏ air। these pollen grains are spread by air, so that's why flower ਵੀ ਤੁਸੀਂ ਵੇਖੋ ਬੜਾ ਛੋਟਾ ਜਿਹਾ, ਇਟਸ ਇਨਕਨਸੀਪਿਕੁਅਸ ਫਲਾਵਰ, small and inconspicuous, ਵੀ ਛੋਟਾ ਜਿਹਾ ਫਲਾਵਰ ਹੈ। ਅੱਛਾ, ਇਹਦੇ ਕੋਲ ਕੋਈ ਪੈਟਲਸ ਤੇ ਸੈਪਲਸ ਨਹੀਂ ਦਿਖਾਈ ਦੇ ਰਹੀਆਂ ਕਿਉਂਕਿ ਇਹਨੂੰ ਨॉन ਐਸੈਂਸ਼ੀਅਲ ਪਾਰਟਸ ਦੀ ਲੋੜ ਹੀ ਨਹੀਂ, ਤੇ ਇਹ ਇੰਨਾ ਅਟਰੈਕਟਿਵ ਵੀ ਨਹੀਂ ਹੈ ਕਿਉਂਕਿ ਇੱਥੇ ਜਿਹੜੀ ਪੋਲੀਨੇਸ਼ਨ ਹੋਣੀ ਹੈ ਦੈਟਸ ਨਾਟ ਡਨ ਬਾਈ ਦਾ ਇਨਸੈਕਟਸ ਔਰ ਅਦਰ ਐਨੀਮਲਸ, ਤੇ ਜਿਹਦੇ ਕਰਕੇ ਐਡਾ ਸੋਹਣਾ ਵੀ ਨਹੀਂ ਲੱਗਦਾ। ਸੋ ਇੱਥੇ ਹੁੰਦਾ ਕੀ ਹੈ? ਇਟ ਸ਼ੈਡ ਇਟਸ ਪੋਲਨ ਗ੍ਰੇਨ ਇਨ ਦਾ 에ਅਰ, ਤੇ 에ਅਰ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਟਰਾਂਸਪੋਰਟ ਕਰਦੀ ਹੈ। ਸੋ ਦਿਸ ਇਜ਼ ਏ ਫਲਾਵਰ ਆਫ ਏਸ਼ੀਆ, ਕਿੱਕਰ ਦਾ ਫੁੱਲ ਹੈ। ਠੀਕ ਹੈ, ਤਾਂ ਹੁਣ ਸੈਕਿੰਡ ਕੀ ਹੈ? ਅੱਛਾ, ਇੱਕ ਤਾਂ ਬੇਟੇ these are ਕਲਰਲੈਸ। ਇਹ ਕਲਰਲੈਸ ਹੁੰਦੇ ਆ ਜਾਂ ਬ੍ਰਾਈਟਲੀ ਕਲਰਡ ਨਹੀਂ ਹੁੰਦੇ, ਤੇ ਆਰਡਰਲੈਸ, ਇਹਨਾਂ 'ਚ ਕੋਈ ਖੁਸ਼ਬੂ ਵਗੈਰਾ ਨਹੀਂ ਆਉਂਦੀ। ਆਰਡਰ ਹੋਊਗਾ ਤੇ ਜਿਹੜੇ ਇਨਸੈਕਟ ਵਗੈਰਾ ਅਟਰੈਕਟ ਹੋਣਗੇ। ਨੈਕਟਰਲੈਸ, देयर इज नो ਨੈਕਟਰ। ਨੈਕਟਰ ਦੀ ਲੋੜ ਹੀ ਨਹੀਂ ਜਦੋਂ ਅਸੀਂ ਇਹਨਾਂ ਨੇ ਇਨਸੈਕਟਸ ਨੂੰ ਤਾਂ ਅਟਰੈਕਟ ਕਰਨਾ ਹੀ ਨਹੀਂ। ਐਂਡ these are ਯੂਨੀਸੈਕਸੁਅਲ, ਇਹ ਯੂਨੀਸੈਕਸੁਅਲ ਹੁੰਦੀ ਹੈ ਬਈ। ਠੀਕ ਹੈ, ਹੁਣ ਇਹਨਾਂ ਦੇ ਵਿੱਚ ਐਂਥਰਸ ਦੇ ਵਿੱਚ ਦੂਸਰੀ ਗੱਲ ਵੇਖੋ, ਆ ਤੁਹਾਨੂੰ ਦਿਖਦੇ ਪਏ ਹੈ। ਠੀਕ ਹੈ, these are the anthers। ਸਟੇਮਨ ਦੇ ਵਿੱਚ ਕੀ ਹੈ? these are the anthers। ਤਾਂ ਆਪਾਂ ਕਹਿ ਦਿੰਦੇ ਹਾਂ these are the versatile anthers। ਤਾਂ versatile ਦਾ ਮਤਲਬ ਕੀ ਹੈ? ਵੀ ਇਹ ਮੂਵ ਕਰ ਸਕਦੇ ਹੈ, they can move। ਤੇ ਇਹਨਾਂ ਦੇ ਵਿੱਚ ਮੂਵਮੈਂਟ ਹੁੰਦੀ ਹੈ with air, ਤੇ ਜਿਹੜੇ ਪੋਲਨ ਗ੍ਰੇਨ ਸ਼ੈਡ ਹੁੰਦੀ ਹੈ। ਠੀਕ ਹੈ, ਹੈਲੀਕਾਪਟਰ ਜਿਵੇਂ ਉੱਤੇ ਉਹਦੇ ਵਿੰਗਸ ਮੂਵ ਕਰਦੇ ਹੈ ਨਾ, ਉਵੇਂ ਇਹ ਵੀ ਮੂਵ ਕਰਦੇ ਆ। ਐਂਡ these are mostly in case of grasses। ਹੁਣ ਆ ਵੇਖੋ ਬਈ, ਸਟਿਗਮਾ that is hairy, hairy ਕਿਉਂ ਹੈ? ਵੀ ਜਿਹੜੇ 에ਅਰ ਦੇ ਵਿੱਚ ਪੋਲਨ ਗ੍ਰੇਨ ਹੈ ਨਾ ਉਹ ਟ੍ਰੈਪ ਹੋ ਸਕਣ। hairy and long and it's conspicuous, not inconspicuous, conspicuous, ਇਹ ਵਿਖਾਈ ਦਿੰਦੇ ਹੈ। ਇਹਨਾਂ ਦੀਆਂ ਆਪਾਂ ਇੱਕ ਦੋ ਐਗਜ਼ਾਮਪਲਸ ਵੀ ਅੱਗੇ ਸਟੱਡੀ ਕਰਾਂਗੇ। ਤਾਂ these have to catch ਦਾ ਔਰ ਕੈਪਚਰ ਦਾ ਪੋਲਨ ਗ੍ਰੇਨਸ, ਇਹਨਾਂ ਨੇ ਪੋਲਨ ਗ੍ਰੇਨਸ ਨੂੰ ਕੈਪਚਰ ਕਰਨਾ। ਹੁਣ ਆਹ ਕੀ ਚੀਜ਼, ਸੋਹਣੀ ਜਿਹੀ ਚੀਜ਼ ਦਿਖਦੀ ਪਈ ਹੈ ਸਕਰੀਨ ਤੇ, what is this? ਇਹ ਪਾਈਨਸ ਦੇ
pollen grain ਹੈ, these are winged pollen grain। ਆ ਵੇਖੋ ਵਿੰਗਸ ਹੁੰਦੇ ਆ ਇਹਨਾਂ ਦੀ, they float with air, ਇਹ 에ਅਰ ਦੇ ਨਾਲ ਮੂਵ ਕਰਦੇ ਆ ਤੇ ਕਈ ਕਿਲੋਮੀਟਰ ਤੱਕ, ਕਈ ਕਿਲੋਮੀਟਰ ਕੀ, they can reach up to the distance of 1300 ਕਿਲੋਮੀਟਰ, 1300 ਕਿਲੋਮੀਟਰ ਤੱਕ ਜਾ ਸਕਦੇ ਹੈ by air। these are anemophilous plants ਜਿਨ੍ਹਾਂ ਦੇ ਵਿੱਚ pollination by air ਹੁੰਦੀ ਹੋਵੇ, and these are winged pollen grain, ਤੇ ਇਹ ਹਵਾ ਦੇ ਨਾਲ ਜਿਹੜੇ ਉੱਡਦੇ ਜਾਂਦੇ ਆ, they float with air। ਤਾਂ these pollen grains are of which plant? ਹੁਣੇ ਦੱਸਿਆ ਸੀ which plant? Anemophilous। Anemophilous ਦਾ ਬੋਟਾ pollination by air ਹੈ, ਪਲਾਂਟ ਦਾ ਨੇਮ ਹੈ ਪਾਈਨਸ। Nemophilous plant ਕਹਿੰਦੇ ਆ, nemophily means pollination by air, ਤੇ ਜਿਹੜੇ ਫਲਾਵਰ ਦੇ ਵਿੱਚ by air ਹੁੰਦੀ ਹੈ, that is nemophilous flower। but these pollen grains are winged pollen grains, ਤੇ ਕਿਹੜੇ ਪਲਾਂਟ ਦੇ ਆ? these are of pinus। ਠੀਕ ਹੈ, ਤਾਂ mostly it's this plant is found in the mountain areas। ਹੁਣ ਵੀ ਯਾਦ ਦੱਸੋ ਇਹ ਕੀ ਹੈ? ਜਿਹੜੇ ਪਿੰਡ ਵਾਲੇ ਬੱਚੇ ਆ ਉਹਨਾਂ ਨੂੰ ਪਤਾ ਹੋਣਾ। ਸਰ ਕੇਸਰ। ਛੱਲੀ ਹੈ ਚੱਲੀਏ, ਛੱਲੀ ਕੇਸਰ ਦੇ ਲੱਗਦਾ ਪਿਆ ਹੈ ਸਰ ਛੱਲੀ। ਸਰ ਛੱਲੀ ਹੈ, ਛੱਲੀ। ਛੱਲੀ ਦੇ ਉੱਪਰ ਦੇਖਦੇ ਹੋ ਨਾ ਥ੍ਰੈਡ ਲਾਈਕ ਸਟਰਕਚਰਸ, ਜਿਹੜੇ ਬੱਚੇ ਸ਼ਹਿਰ ਤੋਂ ਉਹਨਾਂ ਨੂੰ ਤਾਂ ਨਹੀਂ ਪਤਾ ਹੋਣਾ, ਪਿੰਡਾਂ ਵਾਲੇ ਬੱਚਿਆਂ ਨੂੰ ਪਤਾ ਹੁੰਦਾ ਥ੍ਰੈਡ ਲਾਈਕ ਸਟਰਕਚਰਸ ਦਿਖਦੇ ਆ ਆਪਾਂ ਨੂੰ ਛੱਲੀ ਦੇ ਉੱਪਰ। ਤਾਂ ਇਹ ਕੀ ਹੋ ਸਕਦਾ ਹੈ? ਹੁਣੇ ਦੱਸਿਆ ਸੀ ਬਈ, ਤੁਸੀਂ ਧਿਆਨ ਨਹੀਂ ਦਿੰਦੇ। this is the hairy stigma। stigma is a part of pistil, female reproductive part system ਦਾ part ਹੈ। ਤਾਂ ਉਹਦੇ ਵਿੱਚ ਕੀ ਹੈ? this is the stigma ਵਿੱਚ style and ovary ਹੁੰਦੀ ਹੈ। this is the hairy stigma। ਇਹ hairy stigma ਕੀ ਕਰਦਾ ਹੈ? it capture the pollen grains। ਆ ਵੇਖੋ ਧਿਆਨ ਨਾਲ, ਹੁਣ ਛੱਲੀ ਦਿਖਾਈ ਦੇ ਰਹੀ ਆ, ਵੇਖੋ ਤੁਹਾਨੂੰ ਜੇ ਇਹਨੂੰ ਖੋਲ ਦਈਏ ਤਾਂ you can see the hairy stigma। this is the hairy stigma। it has to capture the pollen grains। it has to capture the pollen grains। ਇਹ pollen grain air ਦੇ ਵਿੱਚੋਂ ਕੈਪਚਰ ਕਰਦੀ ਹੈ। ਚਲੋ ਬਈ, ਆ ਕੀ ਦਿਖਦਾ ਪਿਆ ਹੈ? ਧੂਆਂ ਜਿਹਾ ਨਿਕਲਦਾ ਪਿਆ ਹੈ ਨਾ। there is a smoke like thing in this stick। this is not a smoke। ਇਹਦੇ ਵਿੱਚ ਕੀ ਹੈ? ਗਨ ਪਾਊਡਰ ਮੈਕੈਨਿਜ਼ਮ। ਜਦੋਂ ਐਂਥਰ ਰਪਚਰ ਹੁੰਦਾ ਤਾਂ ਹਿਊਜ ਅਮਾਉਂਟ ਆਫ pollen grain come into the air and this is called as gunpowder mechanism। ਜਦੋਂ ਕੀ ਹੈ ਗੋਲੀ ਚੱਲਦੀ ਹੈ, ਪਿੱਛੇ ਧੂਆਂ ਜਿਹਾ ਨਿਕਲਦਾ ਨਾ, ਜਾਂ ਬੁਲਟ ਫਟਦੀ ਹੈ ਤਾਂ ਸਾਰਾ ਉਹ ਸਪਰੈਡ ਹੋ ਜਾਂਦਾ ਹੈ। ਤਾਂ ਉਹ ਉਸ ਤਰੀਕੇ we can say that this is the gunpowder mechanism। these are the pollen grains ਜਿਹੜੇ 에ਅਰ ਦੇ ਵਿੱਚ ਨਿਕਲ ਗਏ। ਇੱਕ ਬੁਲਟ ਜਦੋਂ ਫਟਦਾ ਹੈ ਤਾਂ ਉਹਦੇ ਚ ਧੂਆਂ ਨਿਕਲਦਾ। ਇਨ ਦਾ ਸੇਮ ਵੇ ਜਦੋਂ ਐਂਥਰ ਰਪਚਰ ਹੁੰਦਾ ਹੈ ਤਾਂ ਦੇ ਕਮ ਇਨਟੂ ਦਾ 에ਅਰ ਬਾਈ gunpowder mechanism। ਤਾਂ ਵੀ ਇਸ ਤੋਂ ਇਲਾਵਾ ਜਿਹੜੇ ਹੈਗੇ ਆ, ਜੇ ਆਪਾਂ ਹੁਣ ਜਿਵੇਂ ਤੁਹਾਨੂੰ ਪਤਾ ਲੱਗ ਗਿਆ ਵੀ ਸਟਿਗਮਾ ਇਜ਼ ਹੇਰੀ, ਫੈਦਰੀ ਔਰ ਬ੍ਰਾਂਚਡ। ਬਟ ਇੱਥੇ ਨਾ ਬੱਚੇ ਇੱਕ ਵੱਡੀ ਸਮੱਸਿਆ ਹੈ ਕਿ ਇਹਦੀ ਡਿਸਐਡਵਾਂਟੇਜ ਕੀ ਹੋ ਸਕਦੀ ਹੈ ਨੀਮੋਫਾਈਲੀ ਦੀ। ਪਹਿਲੀ ਡਿਸਐਡਵਾਂਟੇਜ ਕੀ ਹੈ? ਵੀ ਪਲਾਂਟ ਨੂੰ ਹਿਊਜ ਅਮਾਉਂਟ ਆਫ ਪੋਲਨ ਗ੍ਰੇਨ ਬਣਾਉਂਦੇ ਪੈਂਦੇ ਹੈ। ਸੋ ਦੈਟਸ ਇਟਸ a wasteful process। ਨੰਬਰ 2, ਸ਼ੋਰ ਨਹੀਂ ਵੀ ਕਿਸ ਡਾਇਰੈਕਸ਼ਨ 'ਚ ਜਾਣਗੇ। ਮੰਨ ਲਓ ਮੇਲ ਪਲਾਂਟ ਇੱਧਰ ਹੈ, ਫੀਮੇਲ ਇੱਧਰ ਹੈ, ਤੇ ਇਹ ਤਾਂ ਜਾ ਰਹੇ ਹੈ। ਪਰ ਜੇ ਕਿਤੇ ਫੀਮੇਲ ਪਲਾਂਟ ਇਸ ਪਾਸੇ ਹੁੰਦਾ ਤੇ 에ਅਰ ਦੀ ਡਾਇਰੈਕਸ਼ਨ ਇਸ ਪਾਸੇ ਹੁੰਦੀ ਤਾਂ ਕੀ ਹੈ? ਇੱਥੇ ਪੋਲੀਨੇਸ਼ਨ ਹੋਣੀ ਸੀ? ਨੋ। ਜਾਂ ਪੋਲਨ ਗ੍ਰੇਨ 에ਅਰ ਦੇ ਵਿੱਚ ਆਉਂਦੇ ਸਾਰ ਰੇਨਫਾਲ ਹੋ ਜੇ, ਆਲ ਵਿਲ ਸੈਟਲ ਡਾਊਨ ਔਨ ਦਾ ਸਰਫੇਸ। ਸੋ ਇਟਸ a wasteful process। ਠੀਕ ਹੈ, ਤਾਂ ਜਿਹੜਾ ਆਪਾਂ ਮੇਜ ਪਲਾਂਟ ਦੀ ਗੱਲ ਕੀਤੀ ਸੀ, ਮੇਜ ਪਲਾਂਟ 20 to 25 ਮਿਲੀਅਨ ਪੋਲਨ ਗ੍ਰੇਨ ਪ੍ਰੋਡਿਊਸ ਕਰਦਾ ਹੈ ਪਰ ਐਂਥਰ। ਦੈਟਸ ਹਿਊਜ ਅਮਾਉਂਟ। ਤੇ ਇਹਦੀ ਇੱਕ ਸਮੱਸਿਆ ਵੀ ਹੁੰਦੀ ਹੈ ਜਿਹੜੀ ਆਪਾਂ ਡਿਸਕਸ ਕੀਤੀ ਸੀ। ਤਾਂ ਕਈਆਂ ਨੂੰ ਇਹਨਾਂ ਪੋਲਨ ਗ੍ਰੇਨਸ ਤੋਂ ਅਲਰਜੀ ਹੁੰਦੀ ਹੈ। ਸੋ ਦੈਟ ਇਜ਼ ਕਾਲਡ ਐਜ਼ ਬ੍ਰੋਂਕੀਅਲ ਅਲਰਜੀ ਔਰ ਹੈ ਫੀਵਰ। ਤਾਂ ਉਹਨਾਂ ਦੇ ਕਫ, ਨੇਜ਼ਲ ਵਾਟਰੀ ਨੋਜ਼, ਸਮਟਾਈਮ ਬ੍ਰੋਂਕਾਈਟਸ, ਹੈਡੇਕ, ਡਿਜ਼ੀਨੈਸ, ਏਦਾਂ ਦੀਆਂ ਸਮੱਸਿਆਵਾਂ ਹੁੰਦੀਆਂ। ਠੀਕ ਹੈ,
चलो अगे आ जाओ। नो दिस इज द हाइड्रोफिली। हाइड्रोफिली मतलब कि पोलिनेशन बाय वाटर। ਤੁਹਾਨੂੰ ਤਿੰਨ ਪਲਾਂਟ ਦਿਖਦੇ ਪਏ ਆ, ਵੈਲਿਸਨੇਰੀਆ, ਹਾਈਡਰਿਲਾ ਤੇ ਜੈਸਟਰਾ। ਠੀਕ ਹੈ, ਆਪਾਂ ਇਹਨਾਂ ਬਾਰੇ ਗੱਲਬਾਤ ਕਰਨੀ ਹੈ ਅੱਜ। ਸੋ ਦਿਸ ਇਜ਼ ਦਾ ਹਾਈਡਰੋਫਾਈਲੀ। ਹਾਈਡਰੋਫਾਈਲੀ ਪੋਲੀਨੇਸ਼ਨ ਬਾय ਵਾਟਰ। ਤਾਂ ਇੱਥੇ ਤਾਂ ਨੈਚੁਰਲ ਹੈ ਵੀ ਪੋਲੀਨੇਸ਼ਨ ਬਾय ਵਾਟਰ ਕਿੱਥੇ ਹੋਊਗੀ? ਮੋਸਟਲੀ ਇਨ aquatic plants। aquatic plants mean those are found in the water or on the water। on the water मतलब कि on the surface, in the ਜਿਹੜੇ ਕਿ submerged। ਤਾਂ ਹੁਣ ਬਈ ਸਾਰੇ ਤੋਂ ਪਹਿਲਾਂ ਜੋਸਟਰਾ। this is called as sea grass। this is called as sea grass। ਇਹਦੇ ਜਿਹੜੇ ਪੋਲਨ ਗ੍ਰੇਨ ਹੈ ਨਾ, these are ribbon shaped, long and ribbon shaped। ਤਾਂ ਇਹ ਕੀ ਹੈ? ਵਿਦਾਊਟ ਐਗਜ਼ਾਈਨ। ਐਗਜ਼ਾਈਨ ਤਾਂ ਪਤਾ ਹੈ ਨਾ ਬੇਟੇ, ਆਪਾਂ ਪਰਸੋਂ ਡਿਸਕਸ ਕੀਤਾ ਸੀ। ਆਊਟਰਮੋਸਟ ਲੇਅਰ ਆਫ ਦਾ ਪੋਲਨ ਗ੍ਰੇਨ ਇਜ਼ ਕਾਲਡ ਐਜ਼ ਐਗਜ਼ਾਈਨ। ਠੀਕ ਹੈ, ਜਿਹਦੇ ਚੋਂ ਆਪਾਂ ਪੜਿਆ ਸੀ ਵੀ ਜਰਮ ਟਿਊਬ ਨਿਕਲਦੀ ਹੈ ਐਗਜ਼ਾਈਨ ਦੇ ਵਿੱਚੋਂ। ਸੋ देयर इज द ਐਗਜ਼ਾਈਨ। ਤਾਂ ਇਹਨਾਂ ਦੀ ਜਿਹੜੀ ਗ੍ਰੈਵਿਟੀ ਹੈ, ਦੈਟਸ ਆਫ ਸਪੈਸਿਫਿਕ ਗ੍ਰੈਵਿਟੀ, ਦੈਟ ਇਜ਼ ਆਫ ਸੇਮ ਟੂ ਦਾ ਵਾਟਰ ਗ੍ਰੈਵਿਟੀ, ਜਿਹਦੇ ਕਰਕੇ ਫਲੋਟ ਕਰਦੇ ਆ। ਠੀਕ ਹੈ, ਸਰਫੇਸ ਤੇ ਹੇਠਾਂ ਫਲੋਟ ਕਰਦੇ ਆ। ਇਹਦੀ ਜਿਹੜੀ ਸਟਿਗਮਾ ਹੈ, ਦੈਟ ਇਜ਼ ਲੌਂਗ। stigma is long। ਤਾਂ ਇਹ ਕੀ ਕਰਦੇ ਆ? they come in contact with stigma and they fertilize the pollinate the stigma and there is the pollination। this is the joestra। this is also called as seagrass। this is also called as seagrass। ਅੱਗੇ ਬਈ ਵੈਲਿਸਨੇਰੀਆ। ਸੋ ਵੈਲਿਸਨੇਰੀਆ ਦੇ ਵਿੱਚ ਕੀ ਹੁੰਦਾ ਬੇਟੇ ਵੀ ਜਿਹੜੇ ਇਹਦੀ ਪਿਕ ਤੁਹਾਨੂੰ ਹੋਰ ਵਿਖਾਣੀ ਪਊਗੀ, ਅੱਗੇ ਵੀ ਹੈ। ਜਿਹੜੇ ਪੋਲਨ ਗ੍ਰੇਨਸ ਹੈ ਨਾ, ਪੋਲਨ ਗ੍ਰੇਨਸ ਨਹੀਂ ਸੌਰੀ, ਜਿਹੜੇ ਐਂਥਰ ਹੈ, these are boat shaped। ਮੇਲ ਫਲਾਵਰਸ ਆਰ boat shaped। ਤੇ boat shaped ਹੁੰਦੇ ਆ ਤੇ ਥੱਲੇ ਹੁੰਦੇ ਆ ਇਨ ਦਾ ਮੇਲ ਇਨਫਲੋਰੇਸੈਂਸ। ਮੇਲ ਫਲਾਵਰ ਦੇ ਵਿੱਚ, ਮੇਲ ਇਨਫਲੋਰੇਸੈਂਸ ਦੇ ਵਿੱਚ ਹੁੰਦੇ ਆ। ਇੱਥੋਂ ਇਹ ਬ੍ਰੇਕ ਹੋ ਕੇ ਉੱਪਰ ਚਲੇ ਜਾਂਦੇ ਆ ਐਂਡ ਦੇ ਫਲੋਟ ਲਾਈਕ ਏ ਬੋਟ ਔਨ ਦਾ ਸਰਫੇਸ ਆਫ ਵਾਟਰ। ਅੱਗੇ ਚੱਲ ਕੇ ਤੁਹਾਨੂੰ ਨੈਕਸਟ ਪਿਕ ਦੇ ਵਿੱਚ ਵਿਖਾਣੀ ਹੈ। ਐਂਡ ਦਿਸ ਇਜ਼ ਦਾ ਫੀਮੇਲ ਫਲਾਵਰ। ਇਹਦੀ ਜਿਹੜੀ ਸਟਿਗਮਾ ਹੈ, ਇਟਸ ਨੀਅਰ ਟੂ ਦਾ ਵਾਟਰ ਸਰਫੇਸ। ਤਾਂ ਇੱਥੇ ਕੀ ਹੁੰਦਾ ਹੈ? ਇਹਦੀ ਸਟਾਕ ਦੈਟ ਇਜ਼ elongated। ਤੇ ਜਿਹੜੇ ਮੇਲ ਫਲਾਵਰ ਹੈ, they come in contact with the stigma and there is a transfer of pollen grain from male to female। ਤਾਂ this is happening in case of Vallisneria। ਆਓ ਵੇਖੀਏ, ਆ ਵੇਖੋ, this is a male flower। ਆ ਦੋ ਸੈਪਲ ਹੈ, these two are the sepals and these are the anthers। ਠੀਕ ਹੈ, ਇਹ ਬੋਟ ਦੀ ਤਰ੍ਹਾਂ ਮੂਵ ਕਰਦੇ ਆ, ਦੇ ਫਲੋਟ ਲਾਈਕ ਏ ਬੋਟ। ਤੇ ਫੀਮੇਲ ਫਲਾਰ ਦੇ ਅਰਾਊਂਡ ਇਹ ਮੂਵ ਕਰਦੇ ਰਹਿੰਦੇ ਆ ਐਂਡ ਦਿਸ ਇਜ਼ ਦ ਸਟਿਗਮਾ ਆਫ ਫੀਮੇਲ ਫਲਾਰ। ਦੇ ਕਮ ਇਨ ਕੰਟੈਕਟ ਵਿਦ ਸਟਿਗਮਾ। ਸੋ ਦਿਸ ਇਜ਼ ਇਨ ਕੇਸ ਆਫ ਵੈਲਿਸਨੇਰੀਆ। ਇਹਦੀ ਜਿਹੜੀ ਸਟਾਈਲ ਹੈ, ਦੈਟਸ ਟੂ ਲੌਂਗ ਐਂਡ ਇਟ ਬ੍ਰਿੰਗਸ ਦ ਸਟਿਗਮਾ ਨੀਅਰ ਟੂ ਦਾ ਵਾਟਰ ਸਰਫੇਸ। ਤਾਂ ਆ ਜਿਹੜੀ ਹੈਗੀ ਹੈ, ਦੇ ਪੋਲੀਨੇਟ ਦਿਸ ਫਲਾਰ। ਤਾਂ ਆ ਤੁਸੀਂ ਪਿਕ ਵੇਖ ਰਹੇ ਹੋ। ठीक है, immature plant है, this is the immature, this is the female part and you can see the male part in this। now zoophily and entomophily। zoophily by animals, zoophily by animals, entomophily by insects। चलो ਆਪਾਂ डिस्कस करते हैं। दिखदा पिया होना ਤੁਹਾਨੂੰ। what is this? this is the honey bee। ठीक है, and these are the pollen grain। ਤੇ ਕਿੱਥੇ ਸਟਿਕ ਕਰ ਗਿਆ? ਦੀ ਸਾਰੀ ਬੋਡੀ ਤੇ ਸਟਿਕ ਕਰ ਗਈ। all pollen grain stick to the body of insect। ਹੁਣ ਜਦੋਂ ਦੂਸਰੇ ਫਲਾਵਰ ਤੇ ਜਾਊਗਾ ਤਾਂ ਉੱਥੇ ਜਾ ਕੇ ਕੀ ਕਰੂਗਾ? will pollinate the another flower। ਤਾਂ this is the pollen kit। what is pollen kit? ਤੁਹਾਨੂੰ ਦੱਸਿਆ ਹੋਇਆ ਹੈ। yes ਬੇਟੇ, what is pollen kit? ਚਲੋ ਹੁਣ ਤੁਸੀਂ ਹੀ ਦੱਸੋਗੇ ਕਿ ਪੋਲਨ ਕਿਟ ਤੁਹਾਨੂੰ ਮੈਂ ਕੀ ਦੱਸਿਆ ਸੀ ਜਦੋਂ ਆਪਾਂ ਪੋਲਨ ਗ੍ਰੇਨ ਬਾਰੇ ਪੜ੍ਹਿਆ ਸੀ। ਤਾਂ ਦੇਖੋ ਬਈ, ਹੁਣ ਇਹਦੇ ਕਰੈਕਟਰਿਸਟਿਕਸ ਕੀ ਹੋਣਗੇ? ਸਾਰਿਆਂ ਤੋਂ ਪਹਿਲਾਂ ਚੀਜ਼ ਵੇਖੋ ਵੀ ਫਲਾਵਰਸ ਆਰ ਬ੍ਰਾਈਟਲੀ ਕਲਰਡ। ਫਲਾਵਰਸ ਆਰ ਬ੍ਰਾਈਟਲੀ ਕਲਰਡ। ਨੰਬਰ 2, ਦੇ ਹੈਵ ਸਵੀਟ ਫ੍ਰੈਗਰੈਂਸ। ਨੰਬਰ 3, ਇਹਨਾਂ ਕੋਲ ਐਡੀਬਲ ਪੋਲਨ ਗ੍ਰੇਨਸ ਐਂਡ ਨੈਕਟਰ ਹੁੰਦਾ ਹੈ। ਨੰਬਰ 4, ਦੇ ਪ੍ਰੋਵਾਈਡ ਦਾ ਪ੍ਰੋਟੈਕਸ਼ਨ ਟੂ ਇਨਸੈਕਟਸ। ਜਿਵੇਂ ਕੁਝ ਪਲਾਂਟਸ ਹੈ ਜਿਹੜੇ ਰਾਤ ਨੂੰ ਓਪਨ ਹੁੰਦੇ ਆ ਤੇ ਉਹਨਾਂ ਦੇ these are filled with water। ਜਦੋਂ ਤੁਸੀਂ ਮੇਰੇ ਕੋਲ ਆਏ ਤੁਹਾਨੂੰ ਡਿਸੈਕਟ ਕਰਕੇ ਵਿਖਾਵਾਂਗੇ ਇਦਾਂ ਦਾ ਇੱਕ ਫਲਾਵਰ।
ਤੇ ਜਿਹੜੇ ਇਨਸੈਕਟ ਹੈ ਉਹ ਰਾਤ ਨੂੰ ਉਹਦੇ ਵਿੱਚ ਚਲੇ ਜਾਂਦੇ ਆ ਐਂਡ देयर इज द ਕੂਲਿੰਗ ਪ੍ਰੋਸੈਸ। ਉਹ ਜਦੋਂ ਹਾਈ ਟੈਂਪਰੇਚਰ ਹੁੰਦਾ ਵਿੱਚ ਚਲੇ ਜਾਂਦੇ ਦੇ ਕਾਜ਼ ਦਾ ਕੂਲਿੰਗ, ਤਾਂ ਉਹ ਇਨਸੈਕਟਸ ਨੂੰ ਟੈਂਪਰੇਚਰ ਹਾਈ ਟੈਂਪਰੇਚਰ ਤੋਂ ਰਿਲੀਫ ਮਿਲਦਾ ਹੈ ਤੇ ਉਹਨਾਂ ਦੀ ਕੀ ਹੋ ਜਾਂਦੀ ਹੈ, ਪੋਲੀਨੇਸ਼ਨ ਹੋ ਜਾਂਦੀ ਹੈ। ਠੀਕ ਹੈ, ਐਸੇ ਤਰੀਕੇ ਸਮ flower provide food to the insects as well as to the birds, ਪਰ ਆਪਾਂ ਐਂਟੋਮੋਫਿਲੀ ਪੜ੍ਹ ਰਹੇ ਹਾਂ ਤੇ ਇੱਥੇ ਇਨਸੈਕਟਸ ਬਾਰੇ ਹੀ ਗੱਲ ਕਰਾਂਗੇ। some flowers provide space to lay the eggs, ਤੇ ਕੁਝ ਫਲਾਰ ਤਾਂ ਇਹ ਜੇ ਚੁਸਤ ਚਲਾਕ ਹੁੰਦੇ ਆ ਉਹ ਫੀਮੇਲ ਇਨਸੈਕਟ ਦੀ ਸ਼ੇਪ ਅਟੇਨ ਕਰ ਲੈਂਦੇ ਆ। ਚਲੋ 1 by 1 ਸਾਰਾ ਕੁਝ ਪੜ੍ਹਦੇ ਆ। ਤਾਂ ਆਹ ਫਲਾਵਰ ਕੀ ਹੈ, ਆਹ ਫਲਾਵਰ ਕੀ ਹੈ ਬਈ, is it a flower? it's a capitulum group of flower। ਤਾਂ ਤੁਸੀਂ ਵੇਖੋ these are the ray florets ਜਿਹੜੇ ਸਟਾਈਲ ਹੁੰਦੇ ਆ and these are the disc florets। ਇਹ inconspicuous flower ਹੁੰਦੇ ਆ, ਉਹ ਛੋਟੇ ਛੋਟੇ ਹੁੰਦੇ ਆ ਤੇ ਜਦੋਂ ਪੋਲਨ ਗ੍ਰੇਨ ਸਟਿਕ ਕਰਦੇ ਆ ਤੇ ਇਨਸੈਕਟ ਲਈ ਇਹਨਾਂ ਨੇ ਬੇਸ ਪ੍ਰੋਵਾਈਡ ਕੀਤਾ ਵੀ ਇਹਦੇ ਉੱਤੇ ਆ ਕੇ ਬੈਠ ਜਵੇ, ਲੈਂਡਿੰਗ ਪਲੇਟਫਾਰਮ ਦਿੱਤਾ ਹੈ। ਜਦੋਂ ਇਹਦੇ ਉੱਤੇ ਮੂਵ ਕਰੂਗਾ ਇਟ ਵਿਲ ਪੋਲੀਨੇਟ ਆਲ ਦਾ ਫਲਾਵਰਸ, ਚੱਕ ਤੇ ਫੱਟੇ ਵੀ ਸਾਰੇ ਫਲਾਵਰ ਇਕੱਠੇ ਪੋਲੀਨੇਟ ਹੋ ਜਾਂਦੇ ਆ। ਤੇ ਯਾਦ ਰੱਖੋ ਜਿਹੜਾ ਸਨਫਲਾਵਰ ਹੈ 10 to 20% ਇਨਕਰੀਜ਼ ਹੋ ਜਾਂਦਾ ਹੈ ਇਹਨਾਂ ਦੀ ਯੀਲਡ ਦੇ ਵਿੱਚ ਜੇ ਉੱਥੇ ਕੋਈ ਬੀ ਹਾਈਵ ਹੋਵੇ, ਜੇ ਉੱਥੇ ਕੋਈ ਸ਼ਹਿਦ ਦੀਆਂ ਮੱਖੀਆਂ ਹੋਣ। ਐਸੇ ਕਰਕੇ ਲੋਕੀ ਜਿਹੜੇ ਹੈ ਐਪੀਕਲਚਰ ਜਿਹੜੇ ਏਪਰੀ ਹੈ, ਐਪੀਕਲਚਰ ਵਾਲੇ ਬਾਕਸਿਸ ਹੈ, ਉਹ ਜਿੱਥੇ ਸਨਫਲਾਵਰ ਦੀ ਕ੍ਰੌਪ ਹੁੰਦੀ ਹੈ ਉੱਥੇ ਰੱਖ ਦਿੰਦੇ ਆ। ਠੀਕ ਹੈ, ਤਾਂ ਉੱਥੇ ਕੀ ਹੈ ਹਨੀ ਬੀਜ਼ ਪੋਲੀਨੇਸ਼ਨ ਕਰਦੇ ਨੇ। ਹੁਣ ਬਈ ਆ ਸੋਹਣਾ ਜਿਹਾ ਹੈ ਨਾ ਫਲਾਵਰ, this is not a flower, all these are the anthers, stamens, sorry ਸਾਰੇ stamens ਹੈ ਤੇ ਪੁਆਇੰਟ ਤੇ ਤੁਹਾਨੂੰ anthers ਦਿਖਦੇ ਪਏ, ਇਹ ਬੜੇ ਸੋਹਣੇ ਹੋ ਜਾਂਦੇ ਆ, looks very beautiful। ਤਾਂ ਇਹ ਕੀ ਹੈ, ਇਹ ਵੀ ਆਪਣੇ ਘਰੇ ਲੱਗੇ ਹੋਏ ਆ, ਤੁਹਾਨੂੰ ਦਿਖਾਵਾਂਗੇ। ਤਾਂ this is mimosa, ਜੋ ਜਿਹਨੂੰ ਆਪਾਂ ਉਹ ਕਹਿ ਦਿੰਦੇ ਆ ਟੱਚ ਮੀ ਨੋਟ, ਛੂਈ ਮੂਈ। ਜਦੋਂ ਇਹ ਤੇ ਇਨਸੈਕਟ ਆਉਂਦਾ ਇਹਨੂੰ ਸੋਹਣਾ ਵੇਖ ਕੇ ਇਹਦੇ ਵਿੱਚ ਹੀ ਫਸ ਜਾਂਦਾ ਹੈ, ਘੁੰਮਿਆ ਫਿਰਦਾ ਰਹਿੰਦਾ ਐਂਡ ਪੋਲੀਨੇਟ ਦਾ ਸਟਿਗਮਾ, ਇਹ ਟ੍ਰਾਂਸਫਰ ਆਫ ਪੋਲਨ ਗ੍ਰੇਨ ਕਰ ਦਿੰਦਾ ਹੈ। ਤਾਂ ਇੱਥੇ ਇਹ ਹੈ ਤਾਂ ਜ਼ੀਰੋਫਿਟਿਕ ਪਲਾਂਟ, ਬਟ ਇੱਥੇ ਇਹ ਜਸਟ ਟੂ ਦਾ ਅਟਰੈਕਟ ਆਫ ਇਨਸੈਕਟ, ਜਸਟ ਟੂ ਅਟਰੈਕਟ ਦਾ ਇਨਸੈਕਟਸ ਇਹ ਜਿਹੜਾ ਕਲਰਡ ਹੋ ਜਾਂਦਾ ਹੈ, ਇਟ ਬਿਕਮਸ ਬਿਊਟੀਫੁਲ, ਇਹ ਸੋਹਣਾ ਲੱਗਣ ਲੱਗ ਜਾਂਦਾ ਫਲਾਵਰ। ਤਾਂ ਵੇਖੋ ਬਈ ਆ ਕੀ ਹੈ, ਦੇ ਪ੍ਰੋਵਾਈਡ ਦਾ ਲੈਂਡਿੰਗ ਪਲੇਟਫਾਰਮ। ਆ ਫਲਾਵਰ ਹੈ, ਇਹਨੇ ਲੈਂਡਿੰਗ ਪਲੇਟਫਾਰਮ ਦਿੱਤਾ ਹੈ। these are the anthers, ਜਦੋਂ ਇੱਥੇ ਆ ਕੇ ਇਨਸੈਕਟ ਬੈਠੂਗਾ ਤੇ anthers will stick touch to the body of insect and they will transfer the pollen grain on its body। ਤੇ ਜਦੋਂ ਇੱਕ ਫਲਾਵਰ ਤੋਂ ਦੂਜੇ ਫਲਾਵਰ ਤੇ ਜਾਊਗਾ, ਜਦੋਂ ਇੱਥੋਂ ਵਾਪਸ ਜਾਣ ਲੱਗੂਗਾ ਜਾਂ ਦੂਸਰੇ ਫਲਾਵਰ ਤੇ ਜਾ ਕੇ ਬੈਠੂਗਾ ਤਾਂ ਸਟਿਗਮਾ ਦੇ ਉੱਤੋਂ ਦੀ ਪਾਸ ਕਰੂਗਾ ਤੇ ਇੱਥੇ ਕੀ ਹੋ ਜੂਗੀ, ਪੋਲੀਨੇਸ਼ਨ ਹੋ ਜੂਗੀ। this is the stigma and these are the anthers। ਵੇਖੋ ਨੇਚਰ ਦਾ ਕਿੰਨਾ ਸੋਹਣਾ ਮੈਕੈਨਿਜ਼ਮ ਹੈ ਵੀ ਇੱਕ ਇਨਸੈਕਟ ਆਇਆ, ਉਹ ਇਹਦੇ ਵਿੱਚ ਗਿਆ, ਪੋਲਨ ਗ੍ਰੇਨ ਉਹਦੀ ਬੋਡੀ ਨੂੰ ਸਟਿਕ ਕਰਕੇ ਉਹ ਨਿਕਲ ਗਿਆ, ਜੋ ਦੂਜੇ ਪਲਾਂਟ ਤੇ ਜਾਊਗਾ ਉਹ ਇਹਦੇ ਉੱਤੋਂ ਹੀ ਮੂਵ ਕਰੂਗਾ ਤੇ ਜਿਹੜੀ ਸਟਿਗਮਾ ਉਹਦੀ ਬੋਡੀ ਨੂੰ ਟੱਚ ਕਰ ਜੂਗੀ। देयर विल बी द ट्रांसफर ऑफ pollen grains by insects। ਠੀਕ ਹੈ, ਤੇ ਉਹਦੇ ਲਈ ਵੇਖੋ ਕਿੰਨਾ ਸੋਹਣਾ ਲੈਂਡਿੰਗ ਪਲੇਟਫਾਰਮ ਪ੍ਰੋਡਿਊਸ ਕੀਤਾ ਹੈ, ਇਨਸੈਕਟ ਸਿੱਧਾ ਅੰਦਰ ਚੱਲ ਜੇ, ਵੇਅਰ ਦਾ ਨੈਕਟਰ ਇਜ਼ ਪ੍ਰੈਜ਼ੈਂਟ, ਉਹਨੂੰ ਸੱਕ ਕਰਕੇ ਤੇ ਫਿਰ ਉਹ ਜਾਂਦਾ। ਠੀਕ ਹੈ, ਸੋ ਆ ਬਈ ਇਹਦੇ ਵਿੱਚ ਤੁਸੀਂ ਕੀ ਵੇਖ ਰਹੇ ਹੋ ਬਈ ਬੱਚੇ, ਦਿਸ ਇਜ਼ ਆਲਸੋ ਅ ਪਲਾਂਟ। ਠੀਕ ਹੈ, ਤਾਂ ਇਹਦੇ ਵਿੱਚ ਵੀ ਸੇਮ ਵੇ देयर इज द ਲੈਂਡਿੰਗ ਪਲੇਟਫਾਰਮ ਹੈਗਾ ਐਂਡ ਦੇ ਵਿਲ ਪੋਲੀਨੇਟ ਦਾ ਫਲਾਵਰ। ਆ ਕੀ ਚੀਜ਼ ਹੋ ਸਕਦੀ ਹੈ, व्हाट इज दिस, व्हाट इज दिस? फ्लावर सर, ਇਹ ਫਲਾਵਰ ਹੈ ਬਈ, ਇਸ ਪਲਾਂਟ ਦੇ ਵਿੱਚ ਕੱਲਾ ਹੀ ਫਲਾਵਰ ਹੁੰਦਾ, ਇਹ ਚੀਜ਼ ਨੋਟ ਕਰ ਲਓ ਧਿਆਨ ਨਾਲ। this is a there is only flower, ਨਾ ਕੋਈ ਲੀਫ, ਨਾ ਕੋਈ ਸਟੈਮ, ਨਾ ਕੋਈ ਬ੍ਰਾਂਚ, ਨਥਿੰਗ, ਇਹ ਓਨਲੀ ਫਲਾਵਰ ਹੈ। ਤੇ ਇਹ ਫਲਾਵਰ ਜਿਹੜਾ ਹੈਗਾ ਇਟਸ ਅ ਪੈਰਾਸਾਈਟ ਔਨ ਦਾ ਰੂਟਸ ਆਫ ਸਰਟਨ ਟਰੀਜ਼, ਰੂਟਸ ਤੇ ਪੈਰਾਸਾਈਟ ਹੈ ਤੇ ਇਹਦੇ ਵਿੱਚੋਂ ਰੋਟਨ ਮੀਟ ਲਾਈਕ ਸਮੈਲ ਆਉਂਦੀ ਹੈ, ਗਲਦੇ ਸੜਦੇ ਮਾਸ ਦੀ ਗੰਦੀ ਬਦਬੂ ਆਉਂਦੀ ਹੈ ਦੂਰ ਦੂਰ ਤੱਕ। ਤੇ ਇਹਦੇ ਵਿੱਚ ਕੀ ਹੈ, ਫਲਾਈਜ਼ ਇਹਦੇ ਕੋਲ ਆ ਜਾਂਦੀਆਂ, ਜਿਹੜੀਆਂ ਹਾਊਸ ਫਲਾਈ ਹੈ, ਮੱਖੀਆਂ ਇਹਦੇ ਵਿੱਚ ਚਲੀਆਂ ਜਾਂਦੀਆਂ ਤੇ ਉੱਥੇ ਇੱਕ ਦਿਸ ਇਜ਼ ਅ ਟ੍ਰੈਪ ਮੈਕੈਨਿਜ਼ਮ, ਜਦੋਂ ਵਿੱਚ ਵੜ ਜੂਗੀ ਉਹ ਘੁੰਮਦੀ ਰਹੂਗੀ ਵਿਚਾਰੀ,
ਤੇ ਜਦੋਂ ਘੁੰਮਦੀ ਰਹੂਗੀ ਇਟ ਵਿਲ ਪੋਲੀਨੇਟ। ਇਟਸ ਨੇਮ ਇਜ਼ ਰੈਫਲੀਸ਼ੀਆ। ਯਾਦ ਰੱਖੋ ਇਹਦਾ ਨਾਮ ਕੀ ਹੈ, ਰੈਫਲੀਸ਼ੀਆ। ਇਟਸ ਦਾ ਲਾਰਜੈਸਟ ਫਲਾਰ, ਪੈਰਾਸਿਟਿਕ, ਠੀਕ ਹੈ, ਤੇ ਰੂਟਸ ਤੇ ਪੈਰਾਸਾਈਟ ਹੁੰਦਾ ਹੈ। ਇਹ ਲਾਰਜੈਸਟ ਫਲਾਰ ਹੈ, that is Rafflesia, that's Rafflesia, ਠੀਕ ਹੈ। ਇਹ ਚ ਰੋਟਨ ਐਗ ਲਾਈਕ ਸਮੈਲ ਆਉਂਦੀ ਹੈ। ਆਹ ਫਲਾਵਰ ਕਾਹਦਾ ਹੈ? ਨਿੱਕੇ ਹੁੰਦੇ ਖੇਡਦੇ ਰਹੇ ਆ ਬੱਚੇ, ਅਸੀਂ ਤਾਂ ਬਹੁਤ ਖੇਡਦੇ ਰਹੇ ਆ, ਤੁਹਾਡਾ ਨਹੀਂ ਮੈਨੂੰ ਪਤਾ। ਸਰ ਅੱਖ ਤੇ ਇਹਨਾਂ ਲੱਗਿਆ ਦਿਨਾਂ ਚ ਹੁੰਦਾ ਹੈ। ਬਹੁਤ ਦਿਖਦਾ। ਯੈਸ ਸਰ ਇਹ ਅੱਖ ਤੇ ਲੱਗਿਆ ਹੁੰਦਾ ਹੈ। ਯੈਸ, ਇਟਸ ਏ ਕੈਲੋਟ੍ਰੋਪਿਸ ਫਲਾਰ, ਅੱਖ ਤੇ ਲੱਗੇ ਹੁੰਦੇ ਆ। ਤੇ ਇਹਦਾ ਜਿਹੜਾ ਮੈਕੈਨਿਜ਼ਮ ਹੀ ਬੜਾ ਜ਼ਬਰਦਸਤ ਹੈ ਬੇਟੇ। ਇਹਦੀ ਤੁਹਾਨੂੰ ਮੈਂ ਇੱਕ ਐਨੀਮੇਸ਼ਨ ਦਿਖਾਉਂਗਾ ਵੀ ਇਹਦੇ ਹੇਠਾਂ ਜਾਂਦਾ ਇਨਸੈਕਟ, ਬਾਹਰ ਨਿਕਲਦਾ ਤੇ ਇਹਨੂੰ ਸਟਿਗਮਾ ਨੂੰ ਪੋਲੀਨੇਟ ਕਰ ਦਿੰਦਾ ਹੈ। ਤੇ ਕੀ ਮੈਕੈਨਿਜ਼ਮ ਹੈ ਇਹ ਤੁਹਾਨੂੰ ਮੈਂ ਸਿਰਫ ਤੇ ਸਿਰਫ ਐਨੀਮੇਸ਼ਨ ਨਾਲ ਸਮਝਾ ਸਕਦਾ ਜਾਂ ਡਰਾ ਕਰਕੇ ਸਮਝਾ ਸਕਦਾ। ਤੇ ਇੱਥੇ ਜਿਹੜੀ ਪੋਲੀਨੇਸ਼ਨ ਹੈ ਦੈਟਸ ਬਾਈ ਇਨਸੈਕਟਸ। ਤੁਸੀਂ ਛੋਟੇ ਛੋਟੇ ਹੁੰਦੇ ਖੇਡਦੇ ਹੁੰਦੇ ਸੀਗੇ, ਅਸੀਂ ਇਹਨੂੰ ਖਿਲਾਰਦੇ ਤੇ ਫਿਰ ਹੇਠਾਂ ਦੋ ਸਟਰਕਚਰ ਦਿਖਦੀਆਂ ਤੇ ਕਾਫੀ ਕੁਝ, ਮਤਲਬ ਕਿ ਨਿੱਕੇ ਨਿੱਕੇ ਹੁੰਦੇ ਸੀਗੇ। ਤਾਂ ਉਹ ਤੁਹਾਨੂੰ ਇਹਨੂੰ ਡਾਇਸੈਕਟ ਕਰਕੇ ਵੀ ਵਿਖਾਵਾਂਗੇ ਤੇ ਮੈਂ ਤੁਹਾਨੂੰ ਇਹਦੀ ਡਿਟੇਲ ਵੀ ਦੱਸਾਂਗਾ ਵੀ ਹਾਊ ਦਾ ਪੋਲੀਨੇਸ਼ਨ ਟੇਕਸ ਪਲੇਸ। ਅੱਖ ਦਾ ਜਿਹੜਾ ਸਾਇੰਟਿਫਿਕ ਨੇਮ ਹੈ ਦੈਟ ਇਜ਼ ਕੈਲੋਟ੍ਰੋਪਿਸ ਇੰਡੀਕਾ ਔਰ ਕੈਲੋਟ੍ਰੋਪਿਸ, ਠੀਕ ਹੈ। ਹੁਣ ਆਹ ਚੀਜ਼ ਵੇਖੋ ਬਈ, ਇਹ ਕੀ ਹੋ ਸਕਦਾ ਹੈ? ਫਲਾਵਰ ਹੀ ਹੈ ਸਰ, ਇਹ ਵੀ ਫਲਾਵਰ ਹੀ ਹੈ। ਕਿਹੜਾ ਹਾਂਜੀ, ਫਲਾਵਰ? ਇਹ ਟਾਲੈਸਟ ਫਲਾਵਰ ਹੁੰਦਾ ਸ਼ਾਇਦ। ਮੋਰਫੋਫੈਲਸ, ਮੋਰਫੋਫੈਲਸ, ਠੀਕ ਹੈ। ਯੂਕਾ ਜਾਂ ਮੋਰਫੋਫੈਲਸ ਦੋਵੇਂ ਇਦਾਂ ਦੇ ਹੁੰਦੇ ਆ। ਤੇ ਇਹ ਵੀ ਆਪਣੇ ਤੁਹਾਡੇ ਸਾਰਿਆਂ ਤੋਂ ਵੱਡਾ ਫਲਾਰ ਹੈ। ਇਟਸ ਆਫ 6 ਫੀਟ। ਤੁਹਾਡੇ ਚੋਂ 6 ਫੀਟ ਦਾ ਕੋਈ ਨਹੀਂ, ਤੁਹਾਡੇ ਸਿਰ ਤੋਂ ਉੱਪਰ ਜਾਂਦਾ ਹੈ, ਠੀਕ ਹੈ। ਤਾਂ ਇਹਦਾ ਕੰਮ ਕੀ ਹੈ ਵੀ ਜਿਹੜੇ ਇਨਸੈਕਟ ਨੇ ਇਹਦੇ ਚ ਐਗ ਲੇ ਕਰ ਜਾਂਦੇ ਆ। ਜਦੋਂ ਐਗ ਲੇ ਕਰ ਗਏ ਤਾਂ ਉਹ ਚੋਂ ਜਿਹੜੇ ਲਾਰਵੇ ਨਿਕਲਣਗੇ ਦੇ ਵਿਲ ਪੋਲੀਨੇਟ ਦਾ ਫਲਾਰ, ਦੇ ਵਿਲ ਪੋਲੀਨੇਟ ਦਾ ਫਲਾਰ। ਤਾਂ ਇਹ ਜਿਹੜੀ ਸਾਡੇ ਬਾਈ ਇਨਸੈਕਟਸ ਹੈ ਬਈ, ਤੇ ਇਹਦੇ ਵਿੱਚ ਕੀ ਹੁੰਦਾ ਬਈ, ਕੁਝ ਪਲਾਂਟਸ ਹੈਗੇ ਆ ਜਿਵੇਂ ਰੋਜ਼, ਕੈਲਾਮਿਟਿਸ, ਮੈਗਨੋਲੀਆ, ਇਹਨਾਂ ਦੇ ਐਡੀਬਲ ਪੋਲਨਸ ਹੁੰਦੇ ਆ। ਕੁਝ ਦੇ ਵਿੱਚ ਕੁਝ ਪਲਾਂਟਸ ਰਿਚ ਇਨ ਨੈਕਟਰ ਹੁੰਦੇ ਆ, ਠੀਕ ਹੈ। ਕੁਝ ਦੇ ਵਿੱਚ ਫਲਾਈ ਟ੍ਰੈਪ ਮੈਕੈਨਿਜ਼ਮ ਹੁੰਦਾ ਹੈ, ਜਿਵੇਂ ਰੈਫਲੀਸ਼ੀਆ ਦੀ ਆਪਾਂ ਗੱਲ ਕੀਤੀ ਹੈ, ਠੀਕ ਹੈ। ਕੁਝ ਦੇ ਵਿੱਚ ਨੈਕਟਰ ਗਾਈਡਸ ਹੁੰਦੇ ਆ, ਜਿਵੇਂ ਵਿਓਲਾ ਬਾਰੇ ਆਪਾਂ ਗੱਲ ਕੀਤੀ ਸੀ, ਵਿਓਲਾ ਦੈਟ ਹੈਜ਼ ਨੈਕਟਰ ਫਲਾਈ। ਤਾਂ ਇਸ ਤਰੀਕੇ ਬੇਟੇ ਕੀ ਹੈ ਵੀ देयर इज द ਪੋਲੀਨੇਸ਼ਨ ਬਾਈ ਦਾ ਇਨਸੈਕਟਸ। ਤੇ ਇੱਥੇ ਯਾਦ ਰੱਖੋ ਜਿਹੜੇ ਪ੍ਰੋਮੀਨੈਂਟ ਫੀਚਰਸ ਹੈ ਵੀ ਇਹ ਬ੍ਰਾਈਟਲੀ ਕਲਰ ਹੁੰਦੇ ਆ, ਦੇ ਹੈਵ ਗੁੱਡ ਫ੍ਰੈਗਰੈਂਸ ਔਰ ਦੇ ਹੈਵ ਫਾਊਲ ਆਰਡਰ ਜਸਟ ਟੂ ਅਟਰੈਕਟ ਦਾ ਹਾਊਸ ਫਲਾਈਜ਼, ਐਂਡ ਦੇ ਹੈਵ ਲੈਂਡਿੰਗ ਪਲੇਟਫਾਰਮ, ਦੇ ਹੈਵ protection to the eggs or insect, sometimes they have cooling mechanism ਕਿ ਉਹਨਾਂ ਨੂੰ ਕੀ ਕਹਿੰਦੇ ਆ ਵੀ ਗਰਮੀ ਨਾ ਲੱਗੇ। ਤਾਂ ਹੁਣ ਬੇਟੇ ਜਿਹੜਾ ਅਗਲਾ ਟੌਪਿਕ ਹੈ ਆਪਣਾ, co-evolution of flower and pollinator। ਦੋਵਾਂ ਦੇ ਵਿੱਚ ਐਵੋਲੂਸ਼ਨ ਕਿਸ ਤਰ੍ਹਾਂ ਹੋਈ, ਦੋਵਾਂ ਨੇ ਆਪਦੇ ਆਪ ਨੂੰ ਚੇਂਜ ਕਿਵੇਂ ਕੀਤਾ, ਆਪਾਂ ਚੀਜ਼ ਵੇਖਦੇ ਹਾਂ। ਹੁਣ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਬੇਟੇ ਵੀ this is the group of flower, this is the group of flowers। ਤੇ ਇਹਦੇ ਵਿੱਚ ਕੀ ਹੁੰਦਾ ਬਈ, ਇਨਸੈਕਟ ਹੈ ਜਿਹੜੇ ਇਹਦੇ ਵੱਲ ਅਟਰੈਕਟ ਹੁੰਦੇ ਆ ਤੇ ਇਹਦੇ ਉੱਪਰ ਮੂਵ ਕਰਦੇ ਆ ਤੇ ਦੇ ਕਾਜ਼ਸ ਦਾ this is a salvia। bees and hummingbirds ਇਹਦੇ ਉੱਪਰ ਆਉਂਦੀ ਹੈ ਬਈ, bees and hummingbirds and they pollinate the flower। ਆ ਤੁਸੀਂ ਵੇਖ ਰਹੇ ਹੋ ਬਈ ਹਮਿੰਗਬਰਡ ਕਰ ਰਿਹਾ ਹੈ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈ, ਆ ਫਲਾਰ ਲਾਰਕਸਪਰ ਹੈ ਜਿਹਨੂੰ ਆਪਾਂ ਸਪਰਡ ਫਲਾਰ ਕਿਹਾ ਸੀ। ਆ ਇਹਦੀ ਜਿਹੜੀ ਉਹ ਹੈਗੀ ਹੈ ਕੀ ਕਹਿੰਦੇ ਆ ਸ਼ੱਕਰ ਹੈ, ਠੀਕ ਹੈ। ਕੀ ਕਹਿੰਦੇ ਆ ਇਹਨੂੰ, ਵਾਟਸ ਦਾ ਨੇਮ ਆਫ ਦਿਸ ਪਾਰਟ, ਚਲੋ ਮੈਂ ਤੁਹਾਨੂੰ ਦੱਸ ਦੂੰਗਾ, ਸਾਈਫਨ, ਠੀਕ ਹੈ। ਤੇ ਇਹ ਕੀ ਕਰਦਾ ਹੈ, ਇਹਦੇ ਚੋਂ ਨੈਕਟਰ ਜਾਂ ਅਦਰ ਥਿੰਗਸ ਨੂੰ ਅਬਜ਼ੌਰਬ ਕਰਦਾ ਤੇ ਜਿਹੜੇ ਪੋਲਨ ਗ੍ਰੇਨ ਹੈ ਉਹਦੇ ਨਾਲ ਸਟਿਕ ਕਰ ਦਿੰਦੇ ਆ। ਤਾਂ ਵੇਖੋ ਇਹਦਾ ਜਿਹੜਾ ਸਾਈਫਨ ਹੈ ਤੇ ਇਹਦੀ ਜਿਹੜੀ ਸਪਰ ਹੈ ਉਹ ਦੋਵੇਂ ਸੇਮ ਸਾਈਜ਼ਡ ਤੇ ਸੇਮ ਤਰ੍ਹਾਂ ਦੀ ਹੈ, ਤੇ ਦੋਵਾਂ ਦੇ ਵਿੱਚ ਐਵੋਲੂਸ਼ਨ ਹੋਈ ਹੈ, ਠੀਕ ਹੈ। ਆਹ ਫਲਾਰ ਤੁਸੀਂ ਦੇਖ ਰਹੇ ਹੋ ਬਈ, what is this, this is ਬਿਗਨੋਨੀਆ, ਠੀਕ ਹੈ। ਇਹਦੇ ਵਿੱਚ ਵੀ ਵੇਖੋ ਵੀ ਇਹ ਇਨਸੈਕਟਸ ਲਈ ਸਪੈਸ਼ਲਾਈਜ਼ਡ ਹੈ। ਹਮਿੰਗ ਬਰਡ ਜਾਂ ਅਦਰ ਬਰਡਸ ਹੈ ਜਿਹੜੇ ਆਪਦੀ ਬੀਕ ਇਹਦੇ ਵਿੱਚ ਪਾਉਂਦੇ ਆ, ਠੀਕ ਹੈ।
just to collect the nectar or just to eat the pollen grains. ਜਦੋਂ pollen grain eat ਕਰਦੇ ਆ ਤਾਂ ਜਿਹੜੇ ਸੌਰੀ ਐਂਥਰ ਤਾਂ pollen grain ਸਟਿਕ ਕਰ ਜਾਂਦੇ ਆ to their beak। ਤਾਂ ਇਹਨਾਂ ਦੇ ਵਿੱਚ ਵੀ ਉਸੇ ਤਰੀਕੇ ਐਵੋਲੂਸ਼ਨ ਹੋਈ ਹੈ। ਗਰੁੱਪ ਚ ਹੈ ਵੀ ਇਨਸੈਕਟ ਤੁਸੀਂ ਕਈ ਵਾਰੀ ਵੇਖਿਆ ਹੋਣਾ ਇੱਕ ਆਪਣੇ ਡੋਕੋਮੋ ਪਲਾਂਟ ਹੈ, ਡੋਕੋਮਾ, ਉਹਦੇ ਫਲਾਵਰ ਜਿਹੜੇ ਹੁੰਦੇ ਏਦਾਂ ਦੇ ਆ ਐਂਡ ਆਲ ਆਫ ਯੈਲੋ ਕਲਰਡ। ਤਾਂ ਜਿਹੜੇ ਬਰਡਸ ਆ ਉਹਦੇ ਵਿੱਚ ਨਾ ਹਰੇਕ ਫੁੱਲ ਦੇ ਵਿੱਚ ਚੁੰਝ ਮਾਰ ਕੇ ਜਾਂਦਾ ਹੈ, ਹਰੇਕ ਫੁੱਲ ਚ ਉੱਡਦਾ ਰਹਿੰਦਾ। ਦੈਟਸ ਹਮਿੰਗ ਬਰਡ, ਛੋਟੇ ਛੋਟੇ ਬਰਡਸ ਹੁੰਦੇ ਆ ਤੇ ਉਹ ਜਸਟ ਕੀ ਹੈ ਉਹਨੂੰ ਖਾਣ ਆਉਂਦੇ ਆ ਐਂਥਰਸ ਨੂੰ। ਤਾਂ ਪੋਲਨ ਗ੍ਰੇਨ ਕੀ ਆ ਉਹਨਾਂ ਦੀ ਬੀਕ ਤੇ ਸਟਿਕ ਕਰ ਜਾਂਦੇ ਆ। ਤਾਂ ਵੀ ਆਹ ਦੱਸੋ ਆਹ ਕੀ ਹੈ? what is this? ਬੋਲੋ, ਬੋਲਦੇ ਹੀ ਨਹੀਂ ਤੁਸੀਂ, ਜੋ ਤੁਹਾਨੂੰ ਦਿਖਦਾ ਪਿਆ ਬੋਲ ਦਿਓ। ਨਿਮਰ ਕੀ ਦਿਖਦਾ ਪਿਆ? ਸਰ ਤੇ ਜਿਹੜੇ ਜੈਲੀ ਵਾਲੇ ਬੀਅਰਸ ਹੁੰਦੇ ਉਹਨਾਂ ਵਰਗਾ ਲੱਗਦਾ ਹੈ। ਟੈਡੀ ਬੀਅਰ ਵਰਗਾ ਲੱਗਦਾ ਹੈ। ਚਲੋ ਏਕਮ ਕੀ ਹੈ ਇਹ? ਮੈਨੂੰ ਤਾਂ ਇਨਸੈਕਟ ਲੱਗੀ ਜਾਂਦਾ ਹੈ। ਏਕਮ ਮਾਨ ਕੀ ਹੈ ਇਹ? ਜੈਸਮੀਨ, ਜੈਸਮੀਨ ਗੁੱਟਰ ਸਰ ਇਨਸੈਕਟ ਲੱਗ ਰਿਹਾ ਕੋਈ। ਇਨਸੈਕਟ ਲੱਗ ਰਿਹਾ ਹੈ। ਤੇ ਕੋਮਲ, ਕੋਮਲ ਇਨਸੈਕਟ ਹੀ ਹਾਊਸ ਫਲਾਈ ਵਰਗਾ ਲੱਗਦੀ ਪੈਂਦਾ ਸਿਰ। ਹਾਊਸ ਫਲਾਈ ਵਰਗਾ ਲੱਗਦਾ ਹੈ। ਇਟਸ ਅ ਸਟਿਗਮਾ ਆਫ ਅ ਫਲਾਵਰ। ਇਹ ਸਟਿਗਮਾ ਹੈ ਬੇਟੇ। ਇੱਕ ਕੋਲਪਾ ਇਨਸੈਕਟ ਹੈ, ਇਹ ਉਹਦੀ ਫੀਮੇਲ ਵਰਗੀ ਹੋ ਗਈ ਸਟਿਗਮਾ ਇਹਦੀ, ਠੀਕ ਹੈ। ਕੋਲਪਾ ਇੱਕ ਇਨਸੈਕਟ ਹੈ ਤੇ ਉਹ ਕੋਲਪਾ ਫੀਮੇਲ ਵਰਗਾ ਲੱਗਦਾ ਪਿਆ ਇਹ। ਤੇ ਜਿਹੜਾ ਕੋਲਪਾ ਮੇਲ ਹੈ ਉਹ ਆ ਕੇ ਇਹਦੇ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕਰਦਾ ਐਂਡ ਇਟ ਗੈਟ ਪੋਲੀਨੇਟਡ। ਤਾਂ ਇਹਨੂੰ ਸੀਡੋ ਪੋਪੂਲੇਸ਼ਨ ਵੀ ਕਹਿੰਦੇ ਆ। ਇਸ ਚੀਜ਼ ਨੂੰ ਯਾਦ ਰੱਖਿਓ, ਪੇਪਰ ਦੇ ਵਿੱਚ ਆ ਜਾਂਦਾ, ਤੁਸੀਂ ਕਨਫਿਊਜ਼ ਹੋ ਜਾਂਦੇ ਹੋ, ਉਹਦੇ ਵਿੱਚ ਜੂਲੋਜੀ ਚ ਚਲੇ ਜਾਂਦੇ ਹੋ ਇਨ ਕੇਸ ਆਫ ਐਨੀਮਲਸ, ਠੀਕ ਹੈ। ਤਾਂ ਇਟਸ ਅ ਸਟਿਗਮਾ ਆਫ ਓਫਿਰਸ, OPHRYS, ਓਫਿਰਸ ਪਲਾਂਟ ਹੈ, ਉਹਦੀ ਸਟਿਗਮਾ। ਇਟ ਲੁਕਸ ਲਾਈਕ ਏ ਕੋਲਪਾ ਇਨਸੈਕਟ। ਤਾਂ ਮੇਲ ਕੋਲਪਾ ਆ ਕੇ ਇਹਦੇ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਬਟ ਇਟ ਕਾਜ਼ਸ ਦਾ ਪੋਲੀਨੇਸ਼ਨ। ਲੱਗਦਾ ਪਿਆ ਵੀ ਇਹ ਸਟਿਗਮਾ ਹੋਊਗੀ ਕਿ ਐਂ ਲੱਗਦਾ ਵੀ ਜਿਵੇਂ ਕੋਈ ਇਨਸੈਕਟ ਹੈ, 2 ਆਈਜ਼ ਹੈ, ਥੀਸ ਆਰ ਦਾ ਐਂਟੀਨੇ, ਵਿੰਗਸ ਐਂਡ ਬੋਡੀ। ਤਾਂ ਉਹ ਮੇਲ ਕੋਲਪਾ ਜਿਹੜਾ ਇਹਦੇ ਉੱਪਰ ਆ ਕੇ ਮੂਵ ਕਰਦਾ ਹੈ। ਦਿਸ ਇਜ਼ ਕਾਲਡ ਅ ਸੀਡੋ ਪੋਪੂਲੇਸ਼ਨ। ਤੇ ਬੇਟੇ ਕਈ ਵਾਰੀ ਪੇਪਰ ਚ ਆਇਆ ਬੱਚਿਆਂ ਨੂੰ ਜੂ ਪੋਰਸ਼ਨ ਸਮਝ ਕੇ ਤੇ ਗਲਤ ਟਿਕ ਕਰੇ ਜਾਂਦੇ ਆ। ਤਾਂ ਆਪਾਂ ਗਲਤ ਟਿਕ ਨਹੀਂ ਕਰਨਾ, ਇਸ ਚੀਜ਼ ਨੂੰ ਖਿਆਲ ਚ ਰੱਖਣਾ। ਆ ਵੇਖੋ ਅਗੇਨ ਯੂ ਕੈਨ ਸੀ ਦਿਸ ਇਜ਼ ਅ ਕੋਲਪਾ, ਓਫੀਰਾ ਪਲਾਂਟ ਹੈ ਤੇ ਇਹਦੇ ਉੱਪਰ ਕੋਈ ਕਿਹੜਾ ਇਨਸੈਕਟ ਆਊਗਾ? ਦੈਟ ਇਜ਼ ਕੋਲਪਾ। ਕੋਲਪਾ ਦਾ ਸਪੈਲਿੰਗ ਹੈਗੀ COLPA। ਕੋਲਪਾ ਇਨਸੈਕਟ ਇੱਥੇ ਸੀਡੋ ਪੋਪੂਲੇਸ਼ਨ ਕਰਦਾ ਹੈ ਤੇ ਇਹਦੇ ਨਾਲ ਕੀ ਹੋ ਜਾਂਦੀ ਹੈ? ਪੋਲੀਨੇਸ਼ਨ। ਇਸ ਪੁਆਇੰਟ ਨੂੰ ਨੋਟ ਕਰ ਲਓ ਪੁੱਤ, ਇਹ ਪੇਪਰ ਦੇ ਵਿੱਚ ਬੜੀ ਵਾਰੀ ਰਿਪੀਟ ਹੋ ਚੁੱਕਿਆ ਕੁਐਸਚਨ ਨੀਟ ਐਗਜ਼ਾਮ ਦੇ ਵਿੱਚ, ਤੇ ਇਹਨੂੰ ਤੁਸੀਂ ਆਪਦੀ ਨੋਟਬੁੱਕ ਤੇ ਨੋਟ ਕਰ ਲੈਣਾ। ਹੁਣ ਦਿਸ ਇਜ਼ ਦਾ ਸਾਲਵੀਆ। ਇਹ ਜਿਵੇਂ ਅਲੱਗ-ਅਲੱਗ ਸਟੇਜਿਸ ਦਿਖਾਈਆਂ ਬੇਟੇ। ਆਹ ਵੇਖੋ ਬਈ, ਆ ਐਂਥਰ ਹੈ, ਸੌਰੀ ਆ ਫੀਮੇਲ ਪਾਰਟ ਹੈ, ਥੀਸ ਆਰ ਦਾ ਐਂਥਰ। ਤੇ ਆ ਇਹਦੇ ਵਿੱਚ ਕੀ ਹੈਗਾ? ਦਿਸ ਇਜ਼ ਦਾ ਸਟਰਾਈਲ ਐਂਥਰ ਲੋਬ, ਠੀਕ ਹੈ। ਹੁਣ ਇਨਸੈਕਟ ਆਇਆ, ਇੱਥੇ ਬੈਠਿਆ, ਐਂਥਰ ਇਹਦੀ ਬੈਕ ਨੂੰ ਸਟਿਕ ਕਰ ਗਿਆ, ਇੱਥੇ ਜਿਵੇਂ ਸਟਿਕ ਕਰ ਗਿਆ, ਵੇਖੋ ਇੱਥੇ ਇਹਦੀ ਬੈਕ ਤੇ ਸਟਿਕ ਕਰ ਗਿਆ। ਹੁਣ ਇਨਸੈਕਟ ਦੂਜੇ ਪਲਾਂਟ ਤੇ ਗਿਆ, ਦਿਸ ਇਜ਼ ਦਾ ਸਟਿਗਮਾ। ਇੱਥੇ ਪੋਲਨ ਗ੍ਰੇਨ ਸਟਿਕ ਕਰ ਗਏ ਨਾ, ਤਾਂ ਉਹ ਕੀ ਹੈ? ਇੱਕ ਇਹ ਲੋਅਰ ਸੈਪਲ ਤੇ ਬੈਠੂਗਾ ਤੇ ਜਿਹੜੀ ਸਟਿਗਮਾ ਹੈ ਉਹ ਇਹਦੀ ਬੈਕ ਨਾਲ ਟੱਚ ਕਰ ਜੂਗੀ। ਜਿਹੜੇ ਪੋਲਨ ਗ੍ਰੇਨ ਸਟਿਕ ਹੋਏ ਸੀ ਉਹ ਸਟਿਗਮਾ ਨੂੰ ਲੱਗ ਜਾਣਗੇ ਤੇ ਇਟ ਗੈਟ ਪੋਲੀਨੇਟਡ। ਦਿਸ ਇਜ਼ ਕਾਲਡ ਐਜ਼ ਲਿਵਰ ਮੈਕੈਨਿਜ਼ਮ। ਦਿਸ ਇਜ਼ ਕਾਲਡ ਐਜ਼ ਲਿਵਰ ਮੈਕੈਨਿਜ਼ਮ ਔਰ ਟਰਨ ਪਾਈਪ ਮੈਕੈਨਿਜ਼ਮ। ਇਹ ਚੀਜ਼ ਯਾਦ ਰੱਖਿਓ, ਦਿਸ ਇਜ਼ ਕਾਲਡ ਐਜ਼ ਲਿਵਰ ਮੈਕੈਨਿਜ਼ਮ or turn pipe mechanism and this is takes place in case of salvia। ਤੇ ਇਹ SALVIA ਸਾਲਵੀਆ ਪਲਾਂਟ ਹੈ, ਇਹਦੇ ਫਲਾਵਰ ਹੈ ਜਿਹੜੇ ਤੁਹਾਨੂੰ ਮੈਂ ਦਿਖਾਣਾ, ਜੇ ਮੈਂ ਪਿਕ ਲਈ ਹੈ ਤਾਂ ਠੀਕ ਹੈ। ਤਾਂ ਉਹਦੇ ਵਿੱਚ ਇਹ ਚੀਜ਼ ਹੁੰਦੀ ਹੈ। ਹੁਣ ਵੀ ਆਹ ਪਿਕ ਆਪਾਂ ਪਹਿਲਾਂ ਵੀ ਵੇਖੀ ਹੋਈ ਹੈ। what is this? ਸਰ ਫਿਗ। yes bete, this is a fig fruit। ਫਿਗ ਫਰੂਟ। ਤੇ ਇੱਕ ਆਪਾਂ ਇਹਦੇ ਨਾਲ ਦੀ ਚੀਜ਼ ਵੇਖੀ ਹੋਈ ਹੈ, ਗੋਲਾਂ।
ਬੋਰਡ ਤੇ ਲੱਗਦੀਆਂ। ਫਿਗ ਵੀ ਸਾਰੇ ਜਣੇ ਖਾਂਦੇ ਆ ਸ਼ੌਂਕ ਨਾਲ, ਕਈ ਸਰਕਾਰੀ ਸਕੂਲ ਵਾਲੇ ਬੱਚੇ ਜਾਂ ਪਿੰਡਾਂ ਵਾਲੇ ਉਹ ਗੋਲਾਂ ਵੀ ਬੜੇ ਸ਼ੌਂਕ ਨਾਲ ਖਾਂਦੇ ਆ, ਸਵਾਦ ਹੁੰਦੀਆਂ, ਪਰ ਅੱਜ ਤੋਂ ਬਾਅਦ ਤੁਸੀਂ ਖਾਂਦੇ ਨਹੀਂ। ਕਾਰਨ ਤੁਹਾਨੂੰ ਮੈਂ ਦੱਸਦਾ, ਮੈਂ ਤੁਹਾਨੂੰ ਇਹਦੀ ਇਨਫਲੋਰੇਸੈਂਸ ਦੱਸੀ ਸੀ, ਦਿਸ ਇਜ਼ ਹਿਪਨੋਥੋਡੀਅਮ, ਯਾਦ ਹੋਵੇ ਤਾਂ ਦਿਸ ਇਜ਼ ਹਿਪਨੋਥੋਡੀਅਮ, ਠੀਕ ਹੈ। ਇਹਦੇ ਵਿੱਚ ਫੀਮੇਲ ਫਲਾਰ, ਸਟਰਾਈਲ ਫਲਾਰ ਐਂਡ ਮੇਲ ਫਲਾਰ ਹੁੰਦੇ ਆ, ਤੇ ਇਹ ਅੰਦਰੋਂ ਖਾਲੀ ਹੁੰਦਾ ਹੈ। ਕੁਛ ਇਨਸੈਕਟ ਇਹਦੇ ਵਿੱਚ ਐਗ ਲੇ ਕਰ ਜਾਂਦੇ ਆ, ਇਹਦੇ ਅੰਦਰ ਐਗ ਲੇ ਕਰ ਜਾਂਦੇ ਆ ਜਦੋਂ ਇਹ ਇਮੈਚੁਰ ਹੁੰਦਾ ਹੈ। ਹਿਪਨੋਥੋਡੀਅਮ ਇਨਫਲੋਰੇਸੈਂਸ, ਉਹ ਚੋਂ ਲਾਰਵੇ ਨਿਕਲਦੇ ਆ, ਉਹ ਮੂਵ ਕਰਦੇ ਆ ਐਂਡ ਦੇ ਪੋਲੀਨੇਟ ਆਲ ਦਾ ਫੀਮੇਲ ਫਲਾਰਸ। ਤੇ ਇਹਨੇ ਉੱਪਰੋਂ ਜਿਹੜੀ ਓਪਨਿੰਗ ਹੈ ਦੈਟ ਇਜ਼ ਮਾਈਕਰੋਪਾਈਲ, ਕਲੋਜ਼ ਹੋ ਜਾਂਦੀ ਹੈ, ਤੇ ਇਹਦੇ ਵਿੱਚ ਹੀ ਰਹਿ ਜਾਂਦੀ ਹੈ, ਵਿੱਚ ਹੀ ਮਰ ਜਾਂਦੀ ਹੈ, ਠੀਕ ਹੈ। ਤਾਂ ਉਹਦੇ ਨਾਲ ਇਹ ਫਰੂਟ ਕੀ ਹੋ ਜਾਂਦਾ, ਇਹ ਟੇਸਟੀ ਹੋ ਜਾਂਦਾ ਬਈ, ਠੀਕ ਹੈ। ਮੈਨੂੰ ਲੱਗਦਾ ਹੁਣ ਤੁਹਾਡੇ ਚੋਂ ਕੋਈ ਨਹੀਂ ਖਾਂਦਾ। ਤੇ ਇਹਦੇ ਚ ਪੋਲੀਨੇਸ਼ਨ ਬਾਈ ਇਨਸੈਕਟਸ, ਤੇ ਇਹ ਇਹਨਾਂ ਦੇ ਜਿਹੜੇ ਉਹ ਹੈਗੇ ਆ ਲਾਰਵੇ, ਕੁਛ ਤਾਂ ਅਡਲਟ ਬਣ ਕੇ ਬਾਹਰ ਨਿਕਲ ਵੀ ਜਾਂਦੇ ਆ ਬੇਟੇ, ਕੁਛ ਵਿੱਚ ਹੀ ਡੈਥ ਹੋ ਜਾਂਦੀ ਹੈ ਤੇ ਪੋਲੀਨੇਸ਼ਨ ਕਰਦਿਆਂ ਦੀ, ਤਾਂ ਉਹ ਵਿੱਚ ਹੀ ਰਹਿ ਜਾਂਦੇ ਆ ਇਹਦੇ। ਸੋ ਇਹ ਜਿਹੜਾ ਆਪਣੇ ਫੀਕਸ ਪਲਾਂਟ ਹੈ ਉਹਦੇ ਵਿੱਚ ਹੁੰਦਾ ਹੈ, ਇਹਦੀ ਇਨਫਲੋਰੇਸੈਂਸ ਦਾ ਨਾਮ ਹੈ ਦੈਟਸ ਹਿਪਨੋਥੋਡੀਅਮ ਫਿਕਸ, ਜਿਹੜਾ ਹੈਗਾ ਆਪਣੇ ਜਿਹਨੂੰ ਆਪਾਂ ਕਹਿ ਦਿੰਦੇ ਆ, ਤਾਂ ਇਹਦੇ ਵਿੱਚ ਹੁੰਦੀ ਹੈ ਹਿਪਨੋਥੋਡੀਅਮ ਦੇ ਵਿੱਚ ਬੇਟੇ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਆ ਦੇਖੋ, there is a co-evolution between the insects and the flowers, ਠੀਕ ਹੈ। this is the sunbird, ਤਾਂ ਇਹ ਕੀ ਹੈ, ਇਹਨਾਂ ਫਲਾਰਸ ਦੀ ਪੋਲੀਨੇਸ਼ਨ ਵੀ ਕਰਦਾ ਹੈ ਤੇ ਇੱਥੋਂ ਫੂਡ ਵੀ ਲੈਂਦਾ। ਅੱਛਾ, ਇੱਕ ਟਰਮ ਰਹਿ ਗਈ ਬੇਟੇ ਜਿਹੜੇ ਦੱਸਣ ਵਾਲੀ, pollination by birds that is called as ornithophyly, pollination by birds that is called as ornithophyly, this is a sunbird, ਇਹਦੇ ਵਿੱਚ ਜਿਹੜੀ ਹੈ ਬਰਡਸ ਦੁਆਰਾ ਹੁੰਦੀ ਹੈ। ਹੁਣ ਕੀ ਦਿਖਦਾ ਪਿਆ ਬੇਟੇ, ਕੀ ਦੇਖਦੇ ਪਏ ਹੋ ਤੁਸੀਂ? ਸਰ ਇਹ ਤਾਂ ਬੈਟ ਹੈ। ਬੈਟ, ਠੀਕ ਹੈ। ਆ ਜਿਹੜਾ ਪਲਾਂਟ ਹੈ ਇਹਦੇ ਵਿੱਚ ਇਨਸੈਕਟ ਲੁਕਦੇ ਹੈ, ਤੇ ਬੈਟ ਉਹਨਾਂ ਨੂੰ ਖਾਣ ਆਈ ਪੋਲੀਨੇਸ਼ਨ ਕਰ ਜਾਂਦੀ ਹੈ। ਤਾਂ ਪੋਲੀਨੇਸ਼ਨ ਬਾਏ ਬੈਟ ਦੈਟ ਇਜ਼ ਕਾਲਡ ਐਜ਼ ਚੀਰੋਟੀਰੋਫਾਈਲੀ, ਪੋਲੀਨੇਸ਼ਨ ਬਾਏ ਬੈਟਸ ਇਜ਼ ਕਾਲਡ ਐਜ਼ ਚੀਰੋਟੀਰੋਫਾਈਲੀ, ਜਿਹੜੇ ਇਨਸੈਕਟਿਵੋਰਸ ਬੈਟਸ ਹੈ ਉਹ ਕਰਦੇ ਹੈ। ਦੁਬਾਰਾ ਫੇਰ ਸੁਣ ਲਓ, ਪੋਲੀਨੇਸ਼ਨ ਬਾਏ ਬੈਟਸ ਇਜ਼ ਕਾਲਡ ਐਜ਼ ਚੀਰੋਟੀਰੋਫਾਈਲੀ, ਤੇ ਇਹਦੇ ਚ ਸਭ ਤੋਂ ਵੱਡੀ ਗੱਲ ਕੀ ਹੈ, bats can transport the pollen grain up to 30 ਕਿਲੋਮੀਟਰ ਡਿਸਟੈਂਸ, 30 ਕਿਲੋਮੀਟਰ ਤੱਕ ਘੁੰਮ ਜਾਂਦੀਆਂ ਰਾਤ ਨੂੰ, ਨਕਚਰਨਲ ਹੈ। ਤੇ ਐਸ ਕਰਕੇ ਜਿਹੜੇ ਇਹ ਫਲਾਵਰ ਹੈ ਦੇ ਆਰ ਵਾਈਟ ਔਰ ਲਾਈਟ ਕਲਰ, ਜਾਂ ਤਾਂ ਵਾਈਟ ਕਲਰ ਦੇ ਹੋਣਗੇ ਜਾਂ ਲਾਈਟ ਕਲਰ ਦੇ ਹੋਣਗੇ, ਤਾਂ ਜੋ ਰਾਤ ਨੂੰ ਦਿਖ ਜਾਣ। ਸਮ ਟਾਈਮ ਇਹਨਾਂ ਚ ਬ੍ਰਾਈਟਨੈਸ ਹੁੰਦੀ ਹੈ, ਠੀਕ ਹੈ, ਤੇ ਰਾਤ ਨੂੰ ਦਿਖਦੇ ਹੈ, ਤੇ ਇਹਦੇ ਕਰਕੇ ਇਹਦੇ ਚ ਬੈਟ ਤੇ ਇਨਸੈਕਟ ਆ ਕੇ ਇਹਦੇ ਚ ਲੁਕਦੇ ਹੈ, ਤੇ ਬੈਟ ਆ ਕੇ ਉਹਨਾਂ ਨੂੰ ਖਾਣ ਆ ਜਾਂਦੀ ਹੈ। ਅੱਗੇ ਵੇਖੋ ਬਈ, ਬੈਟ ਦੁਆਰਾ ਆ ਵੇਖੋ ਇਹਦੇ ਚ ਵੀ ਪੋਲੀਨੇਸ਼ਨ ਹੋ ਰਹੀ ਹੈ। ਇੱਥੇ ਕੀ ਦਿਖਾਈ ਦੇ ਰਿਹਾ ਤੁਹਾਨੂੰ? ਸਰ ਸਨੇਲ। ਸਨੇਲ, ਠੀਕ ਹੈ। ਇਹ ਇਸ ਤਰ੍ਹਾਂ ਦੀ ਚੀਜ਼ ਹੈ ਵੀ ਜਿੱਥੇ ਸਨੇਲ ਲੁਕ ਸਕਦਾ ਹੈ, ਇਹਨੂੰ ਕਹਿੰਦੇ ਆ ਸਨੇਕ ਔਰ ਕੋਬਰਾ ਪਲਾਂਟ। ਆਪਣੇ ਇੰਡੀਆ 'ਚ ਵੀ ਮਿਲਦਾ, ਇੰਡੀਆ 'ਚ ਇਹਨੂੰ ਕਹਿੰਦੇ ਆ ਕੋਬਰਾ ਪਲਾਂਟ, ਠੀਕ ਹੈ। ਪਰ ਇਹ ਮਿਲਦਾ ਉੱਥੇ ਹੈ ਜਿੱਥੇ ਮਾਰਸ਼ੀ ਏਰੀਆ ਹੋਵੇ। ਤਾਂ ਇਹਦੇ ਵਿੱਚ pollination is done by snails, ਤੇ ਇਸ ਟਾਈਪ ਦੀ pollination ਨੂੰ ਮਲੈਕੋਫਾਈਲੀ ਕਹਿੰਦੇ ਆ। this is called as ਮਲੈਕੋਫਾਈਲੀ, ਠੀਕ ਹੈ, this is called as ਮਲੈਕੋਫਾਈਲੀ। ਤਾਂ ਇਹਦੇ ਵਿੱਚ ਬੇਟੇ ਹੁਣ ਆਪਣਾ ਇੱਕ ਮੇਨ ਟੌਪਿਕ ਜਿਹੜਾ ਅੱਗੇ ਨਹੀਂ ਹੋ ਸਕਦਾ, that is advantages and disadvantages of cross pollination। ਇਹਦੇ ਬਾਰੇ ਆਪਾਂ ਇੱਕ ਕੰਪੈਰੀਜ਼ਨ ਬਿਟਵੀਨ ਸੈਲਫ ਐਂਡ ਕ੍ਰਾਸ ਪੋਲੀਨੇਸ਼ਨ ਉਹ ਆਪਾਂ ਕੱਲ ਕਰਾਂਗੇ। ਤੇ ਇੱਕ ਬੇਟੇ ਅਨਦਰ ਟਾਈਪ ਹੈ ਜਿਹਦੇ ਵਿੱਚ ਕੁਝ ਵੀ ਨਹੀਂ ਯੂਜ਼ ਹੁੰਦਾ, ਕੋਈ ਏਜੰਸੀ ਹੁੰਦੀ ਨਹੀਂ, ਦੈਟਸ ਕਾਲਡ ਐਜ਼ ਆਰਟੀਫੀਸ਼ੀਅਲ ਪੋਲੀਨੇਸ਼ਨ। ਤੇ ਆਰਟੀਫੀਸ਼ੀਅਲ ਪੋਲੀਨੇਸ਼ਨ ਨੂੰ ਐਂਥੋਫਾਈਲੀ ਕਹਿੰਦੇ ਆ। ਜਿੱਥੇ ਐਂਥੋ ਵਰਡ ਆ ਜੇ ਦੈਟ ਮੀਨਸ ਬਾਈ ਮੈਨ, ਜਿੱਥੇ ਐਂਥੋ ਵਰਡ ਆ ਜੇ ਉਹਨੂੰ ਕੀ ਕਹਿੰਦੇ ਆ, ਬਾਈ ਮੈਨ, ਠੀਕ ਹੈ। ਤਾਂ ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਜਿਵੇਂ ਡੇਟ, ਪਾਮ, ਠੀਕ ਹੈ, ਜਾਂ ਹੋਰ ਕਈ ਪਲਾਂਟਸ ਹੈ ਜਿੱਥੇ ਆਰਟੀਫੀਸ਼ਲੀ ਪੋਲੀਨੇਟ ਕੀਤਾ ਜਾਂਦਾ ਹੈ, ਐਂਡ ਦੈਟ ਟਾਈਪ ਆਫ ਪੋਲੀਨੇਸ਼ਨ ਇਜ਼ ਕਾਲਡ ਐਜ਼ ਐਂਥੋਫਾਈਲੀ। ਸੋ ਐਂਥੋਫਾਈਲੀ ਬਾਰੇ ਥੋੜੀ ਬਹੁਤ ਡਿਟੇਲ ਆਪਾਂ ਪੜਾਂਗੇ। ਤੇ ਅੱਜ ਬੇਟੇ ਮੈਂ ਜੋ ਪੁਰਾਣੀਆਂ ਵੀਡੀਓਜ਼ ਹੈ ਉਹ